ओशो दे प्रवचन। रात दी शांति च नगर सौं गया है। एक मेहमान नूं लैके मैं घुम के मुड़िया हाँ। रस्ते च बहुत गल्लां होईयां सन। मेहमान अनातमवादी हन, विद्वान हन ते उन्हां ने खूब पढ़िया लिखिया है। बहुत तर्क उन्हां ने इकट्ठे कीते हन। मैं वो सब शांत हो सुनिया ते फिर सिर्फ एक ही गल पुछी है कि की इन्हां सारे विचारां नाल शांति ते आनंद उन्हां नूं प्राप्त हो रहा है। इस ते थोड़े जे सोचां च पै गए हन ते उत्तर नहीं लभ पाए हन। सच दी कसौटी तर्क नहीं है, सच दी कसौटी विचार नहीं है, सच दी कसौटी है आनंदानुभूति। विचार सरणी समान होवे तां परिणाम विच जीवन आनंद चेतना नाल भर जांदा है। इस स्थिति नूं ही पाउण दे लई सब विचार हन ते जो विचार दर्शन इत्थे नहीं लिआउंदा वो अविचार ही ज्यादा है। इस तो मैं उन्हां नूं कहा, मैं तुहाडीआं गल्लां दा विरोध नहीं करदा, बस तुहानूं ही खुद तो ये प्रश्न पुछण दी बिनय करदा हाँ। धर्म विचार नहीं है, वो तां भगवत चेतना प्राप्त करन दा एक विज्ञान मात्र है। ਉਹਦੀ ਪ੍ਰੀਖਿਆ ਵਿਵਾਦ 'ਚ ਨਹੀਂ ਪ੍ਰਯੋਗ 'ਚ ਹੈ। ਉਹ ਸੱਚ ਨਿਰਣਾ ਨਹੀਂ, ਸੱਚ ਸਾਧਨਾ ਤੇ ਸਿੱਧੀ ਹੈ। ਅਗਲਾ ਲੈਕਚਰ। ਇੱਕ ਝੌਂਪੜੇ 'ਚ ਬੈਠਿਆ ਹਾਂ। ਝੌਂਪੜੇ ਦੀਆਂ ਮੋਰੀਆਂ ਵਿੱਚੋਂ ਪ੍ਰਕਾਸ਼ ਗੋਲ ਚੱਕਰਾਂ 'ਚ ਫਰਸ਼ ਤੇ ਪੈ ਰਿਹਾ ਸੀ। ਉਹਨਾਂ 'ਚ ਉੱਡਦੇ ਧੂਲ ਕਣ ਦਿਸ ਰਹੇ ਸਨ। ਪ੍ਰਕਾਸ਼ ਦੇ ਉਹ ਅੰਗ ਨਹੀਂ ਹਨ, ਪਰ ਉਹਨਾਂ ਨੇ ਪ੍ਰਕਾਸ਼ ਨੂੰ ਮੈਲਾ ਕਰ ਦਿੱਤਾ। ਉਹ ਪ੍ਰਕਾਸ਼ ਨੂੰ ਛੋਹ ਵੀ ਨਹੀਂ ਸਕਦੇ ਹਨ ਕਿਉਂਕਿ ਅਤਿਅੰਤ ਭਿੰਨ ਤੇ ਹੋਰ ਕਿਸਮ ਦੇ ਹਨ। ਫਿਰ ਵੀ ਪ੍ਰਕਾਸ਼ ਉਹਨਾਂ ਦੇ ਕਾਰਨ ਮੈਲਾ ਹੋ ਗਿਆ ਦਿਸਦਾ ਹੈ। ਪ੍ਰਕਾਸ਼ ਤਾਂ ਹੁਣ ਵੀ ਪ੍ਰਕਾਸ਼ ਹੈ। ਉਹਦੇ ਸਰੂਪ ਵਿੱਚ ਕੋਈ ਭੇਦ ਨਹੀਂ ਪਿਆ, ਪਰ ਉਹਦੀ ਦੇਹ, ਉਹਦੀ ਅਭਿਵਿਅਕਤੀ ਅਸ਼ੁੱਧ ਹੋ ਗਈ ਹੈ। ਇਹਨਾਂ ਦੂਜੀ ਜਾਤ ਦੇ ਮਹਿਮਾਨਾਂ ਕਾਰਨ ਮਹਿਮਾਨ ਨਿਵਾਜ਼ੀ ਬਦਲੀ ਹੋਈ ਨਜ਼ਰ ਆ ਰਹੀ ਹੈ। ਅਜਿਹਾ ਹੀ ਮਨੁੱਖ ਦੀ ਆਤਮਾ ਨਾਲ ਵੀ ਹੋਇਆ ਹੈ। ਉਸ ਵਿੱਚ ਵੀ ਬਹੁਤ ਸਾਰੇ ਦੂਜੀ ਜਾਤ ਦੇ ਮਿੱਟੀ ਕਣ ਮਹਿਮਾਨ ਬਣ ਗਏ ਹਨ ਤੇ ਇਹਨਾਂ ਮਿੱਟੀ ਕਣਾਂ ਵਿੱਚ ਉਹਦਾ ਜੋ ਸਰੂਪ ਹੈ ਉਹ ਛਿਪ ਗਿਆ। ਮਹਿਮਾਨ ਨਿਵਾਜ਼ੀ ਜਿਵੇਂ ਬਹੁਤ ਮਹਿਮਾਨਾਂ 'ਚ ਗਵਾਚ ਜਾਏ ਤੇ ਪਹਿਚਾਨਿਆ ਨਾ ਜਾ ਸਕੇ, ਅਜਿਹਾ ਹੀ ਹੋ ਗਿਆ। ਪਰ ਜੋ ਜੀਵਨ ਤੋਂ ਜਾਣੂ ਹੋਣਾ ਚਾਹੁੰਦੇ ਹਨ ਤੇ ਸੱਚ ਦੇ ਸਨਮੁਖ ਹੋਣਾ ਚਾਹੁੰਦੇ ਹਨ, ਉਹਨਾਂ ਲਈ ਜ਼ਰੂਰੀ ਹੈ ਕਿ ਉਹ ਮਹਿਮਾਨਾਂ ਦੀ ਭੀੜ 'ਚ ਉਹਨੂੰ ਪਹਿਚਾਨਣ, ਜੋ ਕਿ ਮਹਿਮਾਨ ਨਹੀਂ ਹੈ ਸਗੋਂ ਮਾਲਕ ਹੈ। ਇਸ ਮਾਲਕ ਨੂੰ ਜਾਣੇ ਬਿਨਾਂ ਜੀਵਨ ਇੱਕ ਨੀਂਦ ਹੈ। ਉਹਦੀ ਪਹਿਚਾਨ ਨਾਲ ਹੀ ਜਾਗਰਤੀ ਦਾ ਆਰੰਭ ਹੁੰਦਾ ਹੈ। ਉਹ ਪਹਿਚਾਨ ਹੀ ਗਿਆਨ ਹੈ। ਉਹ ਉਸ ਪਹਿਚਾਨ ਤੋਂ ਉਸ ਨਾਲ ਜਾਣੂ ਹੋਣਾ ਹੈ ਜੋ ਕਿ ਨਿਤ ਸ਼ੁੱਧ ਬੁੱਧ ਹੈ। ਪ੍ਰਕਾਸ਼ ਧੂੜ ਕਣਾਂ ਨਾਲ ਸ਼ੁੱਧ ਨਹੀਂ ਹੁੰਦਾ, ਨਾ ਹੀ ਆਤਮਾ ਹੁੰਦੀ ਹੈ। ਪ੍ਰਕਾਸ਼ ਮੈਲਾ ਹੋ ਜਾਂਦਾ ਹੈ, ਆਤਮਾ ਭੁੱਲ ਜਾਂਦੀ ਹੈ। ਆਤਮਾ ਦੇ ਪ੍ਰਕਾਸ਼ ਤੇ ਕਿਹੜੀ ਧੂੜ ਹੈ? ਉਹ ਸਭ ਜੋ ਮੇਰੇ ਵਿੱਚ ਬਾਹਰੋਂ ਆਇਆ ਹੈ, ਉਹ ਸਭ ਧੂੜ ਹੈ। ਉਹਦੇ ਇਲਾਵਾ ਜੋ ਮੇਰੇ ਵਿੱਚ ਹੈ ਉਹੀ ਮੇਰਾ ਸਰੂਪ ਹੈ। ਇੰਦਰੀਆਂ ਨਾਲ ਜੋ ਵੀ ਪ੍ਰਾਪਤ ਤੇ ਇਕੱਠਾ ਹੋਇਆ ਹੈ ਉਹ ਸਭ ਧੂੜ ਹੈ। ਅਜਿਹਾ ਕੀ ਹੈ ਮੇਰੇ 'ਚ ਜੋ ਇੰਦਰੀਆਂ ਨਾਲ ਪ੍ਰਾਪਤ ਨਹੀਂ ਹੁੰਦਾ? ਰੂਪ, ਗੰਧ, ਰਸ, ਛੋਹ, ਆਵਾਜ਼, ਇਹਨਾਂ ਤੋਂ ਇਲਾਵਾ ਹੋਰ ਮੇਰੇ 'ਚ ਕੀ ਹੈ? ਉਹ ਸੱਚ ਹੈ ਚੇਤਨਾ ਜੋ ਕਿ ਇੰਦਰੀਆਂ ਦੁਆਰਾ ਇਕੱਠੀ ਨਹੀਂ ਹੁੰਦੀ। ਉਹ ਇੰਦਰੀਆਂ ਦੁਆਰਾ ਨਹੀਂ ਆਈ, ਸਿਰਫ ਉਹਨਾਂ ਦੇ ਪਿੱਛੇ ਹੈ। ਉਹ ਚੇਤਨਾ ਹੀ ਮੇਰਾ ਸਰੂਪ ਹੈ। ਬਾਕੀ ਸਭ ਦੂਜੀ ਜਾਤੀ ਦੀ ਧੂੜ ਹੈ। ਉਹੀ ਮਾਲਕ ਹੈ, ਬਾਕੀ ਸਭ ਮਹਿਮਾਨ ਹਨ। ਇਸ ਚੇਤਨਾ ਨੂੰ ਹੀ ਜਾਣਨਾ ਤੇ ਉਗਾੜਨਾ ਹੈ। ਉਸ ਵਿੱਚ ਹੀ ਉਸ ਸੰਪਦਾ ਦੀ ਪ੍ਰਾਪਤੀ ਹੁੰਦੀ ਹੈ ਜੋ ਕਿ ਅਵਿਨਸ਼ਵਰ ਹੈ। ਧੰਨਵਾਦ। ਰਾਤ ਦਾ ਆਖਰੀ ਤਾਰਾ ਡੁੱਬ ਰਿਹਾ ਹੈ। ਧੁੰਦ 'ਚ ਲਿਪਟੀ ਸਵੇਰ ਦਾ ਜਨਮ ਹੋਣ ਨੂੰ ਹੈ। ਪੂਰਬ 'ਚ ਜਨਮ ਦੀ ਲਾਲੀ ਵੱਧ ਗਈ ਹੈ। ਇੱਕ ਮਿੱਤਰ ਨੇ ਆਪਣੇ ਕਿਸੇ ਪਿਆਰੇ ਦੀ ਮੌਤ ਦੀ ਖਬਰ ਦਿੱਤੀ ਹੈ। ਰਾਤੀ ਦੇਹ ਨਾਲੋਂ ਉਹਦਾ ਸੰਬੰਧ ਟੁੱਟਿਆ ਹੈ। ਫਿਰ ਥੋੜੀ ਦੇਰ ਤੇ ਚੁੱਪੀ ਤੋਂ ਬਾਅਦ ਉਹ ਮੌਤ ਬਾਰੇ ਗੱਲ ਕਰਨ ਲੱਗੇ ਹਨ। ਬਹੁਤ ਸਾਰੀਆਂ ਗੱਲਾਂ ਤੇ ਅਖੀਰ 'ਚ ਉਹਨਾਂ ਨੇ ਪੁੱਛਿਆ, ਰੋਜ਼ ਮੌਤ ਹੁੰਦੀ ਹੈ, ਫਿਰ ਵੀ ਹਰ ਕੋਈ ਇਸ ਤਰ੍ਹਾਂ ਜੀਵੀ ਜਾਂਦਾ ਹੈ ਕਿ ਜਿਵੇਂ ਉਹਨੇ ਮਰਨਾ ਨਹੀਂ ਹੈ। ਇਹ ਸਮਝ 'ਚ ਹੀ ਨਹੀਂ ਆਉਂਦਾ ਕਿ ਮੈਂ ਵੀ ਮਰ ਸਕਦਾ। ਇੰਨੇ ਮੌਤ ਵਰਤਾਰੇ 'ਚ ਇੰਨਾ ਅਮਰਤਵ ਦਾ ਵਿਸ਼ਵਾਸ ਕਿਉਂ ਹੈ? ਇਹ ਵਿਸ਼ਵਾਸ ਬਹੁਤ ਅਰਥ ਭਰਪੂਰ ਹੈ। ਇਸ ਲਈ ਹੈ ਕਿ ਮ੍ਰਿਤ ਦੇਹ
ਵਿੱਚ ਜੋ ਬੈਠਾ ਹੈ ਉਹ ਮਰਿਆ ਨਹੀਂ ਹੈ। ਮੌਤ ਦੀ ਸੀਮਾ ਹੈ ਪਰ ਕੇਂਦਰ ਉੱਤੇ ਮੌਤ ਨਹੀਂ ਹੈ। ਉਹ ਜੋ ਦੇਖ ਰਿਹਾ ਹੈ ਦੇਹ ਮਨ ਦਾ ਦ੍ਰਿਸ਼ਟਾ, ਉਹ ਜਾਣਦਾ ਹੈ ਕਿ ਮੈਂ ਦੇਹ ਤੇ ਮਨ ਤੋਂ ਅਲੱਗ ਹਾਂ। ਉਹ ਮ੍ਰਿਤ ਦਾ ਦ੍ਰਿਸ਼ਟਾ ਮਰਿਆ ਨਹੀਂ ਹੈ। ਉਹ ਜਾਣ ਰਿਹਾ ਹੈ ਕਿ ਮੇਰੀ ਮੌਤ ਨਹੀਂ ਹੈ। ਮੌਤ ਸਿਰਫ ਦੇਹ ਪਰਿਵਰਤਨ ਹੈ। ਮੈਂ ਨਿੱਤ ਹਾਂ। ਸਭ ਮੌਤਾਂ ਨੂੰ ਪਾਰ ਕਰਕੇ ਵੀ ਮੈਂ ਅੰਮ੍ਰਿਤ ਬਾਕੀ ਰਹਿ ਜਾਂਦਾ ਹਾਂ। ਪਰ ਇਹ ਬੋਧ ਅਚੇਤਨ ਹੈ। ਇਸ ਨੂੰ ਚੇਤਨ ਬਣਾ ਲੈਣਾ ਹੀ ਮੁਕਤ ਹੋ ਜਾਣਾ ਹੈ। ਮੌਤ ਪ੍ਰਤੱਖ ਦਿਸਦੀ ਹੈ, ਅੰਮ੍ਰਿਤ ਦਾ ਬੋਧ ਪ੍ਰਤੱਖ ਹੈ। ਉਹਨੂੰ ਜੋ ਪ੍ਰਤੱਖ ਬਣਾ ਲੈਂਦਾ ਉਹ ਜਾਣ ਲੈਂਦਾ ਹੈ ਉਹਨੂੰ, ਜਿਹਦਾ ਨਾ ਜਨਮ ਹੈ ਨਾ ਮੌਤ ਹੈ। ਉਹ ਜੀਵਨ ਜੋ ਜੀਵਨ ਤੇ ਮੌਤ ਦੇ ਪਾਰ ਹੈ, ਪਾ ਲੈਣਾ ਹੀ ਮੋਕਸ਼ ਹੈ। ਉਹ ਹਰੇਕ ਦੇ ਅੰਦਰ ਹੈ, ਉਹਨੂੰ ਸਿਰਫ ਜਾਣਨਾ ਹੀ ਹੈ। ਇੱਕ ਸਾਧੂ ਤੋਂ ਕਿਸੇ ਨੇ ਪੁੱਛਿਆ ਸੀ, ਮੌਤ ਕੀ ਹੈ, ਜੀਵਨ ਕੀ ਹੈ? ਇਹ ਜਾਣਨ ਤੁਹਾਡੇ ਕੋਲ ਆਇਆ। ਉਸ ਸਾਧੂ ਨੇ ਉੱਤਰ 'ਚ ਜੋ ਕਿਹਾ ਉਹ ਅਦਭੁਤ ਹੈ। ਉਹਨੇ ਕਿਹਾ ਸੀ, ਫਿਰ ਕਿਤੇ ਹੋਰ ਜਾਓ। ਮੈਂ ਜਿੱਥੇ ਹਾਂ ਉੱਥੇ ਨਾ ਮੌਤ ਹੈ ਨਾ ਜੀਵਨ ਹੈ। ਮੈਂ ਕੱਲ ਕਿਹਾ ਹੈ, ਮਿੱਟੀ ਫੁੱਲ ਬਣ ਜਾਂਦੀ ਹੈ ਤੇ ਗੰਦਗੀ ਖਾਦ ਬਣ ਕੇ ਸੁਗੰਧ 'ਚ ਤਬਦੀਲ ਹੁੰਦੀ ਹੈ। ਇਸੇ ਤਰ੍ਹਾਂ ਹੀ ਮਨੁੱਖ ਦੇ ਵਿਕਾਰ ਹਨ। ਉਹ ਸ਼ਕਤੀਆਂ ਹਨ ਜੋ ਮਨੁੱਖ 'ਚ ਪਸ਼ੂ ਵਰਗਾ ਦਿਸਦਾ ਹੈ। ਉਹੀ ਦਿਸ਼ਾ ਪਰਿਵਰਤਿਤ ਹੋਣ ਤੇ ਅਲੌਕਿਕਤਾ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਲੌਕਿਕ ਵੀ ਬੀਜ ਰੂਪ 'ਚ ਅਲੌਕਿਕ ਹੈ। ਇਸ ਲਈ ਲੌਕਿਕ ਕੁਝ ਵੀ ਨਹੀਂ ਹੈ। ਸਾਰਾ ਜੀਵਨ ਅਲੌਕਿਕਤਾ ਹੈ। ਸਭ ਕੁਝ ਅਲੌਕਿਕ ਹੈ। ਭੇਦ ਸਿਰਫ ਉਸ ਅਲੌਕਿਕਤਾ ਦੀ ਅਭਿਵਿਅਕਤੀ ਦੇ ਹਨ। ਤੇ ਅਜਿਹਾ ਦੇਖਣ ਤੇ ਕੁਝ ਵੀ ਘਿਰਨਾ ਕਰਨ ਯੋਗ ਨਹੀਂ ਰਹਿ ਜਾਂਦਾ। ਜੋ ਇੱਕ ਸਿਰੇ ਤੇ ਪਸ਼ੂ ਹੈ ਉਹੀ ਦੂਸਰੇ ਸਿਰੇ ਤੇ ਪ੍ਰਭੂ ਹੈ। ਪਸ਼ੂ ਪੁਣੇ ਵਿੱਚ ਤੇ ਅਲੌਕਿਕਤਾ ਵਿੱਚ ਵਿਰੋਧ ਨਹੀਂ, ਵਿਕਾਸ ਹੈ। ਅਜਿਹੀ ਪਿੱਠ ਭੂਮੀ ਵਿੱਚ ਚੱਲਣ ਨਾਲ ਆਤਮ ਦਮਨ ਤੇ ਉਤਪੀੜਤ ਬੇਅਰਥ ਹੈ। ਉਹ ਸੰਘਰਸ਼ ਅਵਿਗਿਆਨਕ ਹੈ। ਖੁਦ ਨੂੰ ਦੋ ਵਿੱਚ ਤੋੜ ਕੇ ਕੋਈ ਕਦੇ ਆਤਮ ਸ਼ਾਂਤੀ ਤੇ ਗਿਆਨ ਨੂੰ ਪ੍ਰਾਪਤ ਨਹੀਂ ਹੋ ਸਕਦਾ। ਜੋ ਮੈਂ ਹੀ ਹਾਂ ਉਹਦੇ ਇੱਕ ਅੰਸ਼ ਨੂੰ ਨਸ਼ਟ ਨਹੀਂ ਕੀਤਾ ਜਾ ਸਕਦਾ। ਉਹ ਦੱਬ ਸਕਦਾ, ਲੇਕਿਨ ਜਿਸ ਦਾ ਦਮਨ ਕੀਤਾ ਗਿਆ ਉਹਦਾ ਲਗਾਤਾਰ ਦਮਨ ਕਰਨਾ ਹੁੰਦਾ ਹੈ। ਜੋ ਹਰਾਇਆ ਗਿਆ ਉਹਨੂੰ ਲਗਾਤਾਰ ਹਰਾਉਣਾ ਹੁੰਦਾ ਹੈ। ਜਿੱਤ ਉਸ ਰਸਤੇ ਤੇ ਕਦੇ ਪੂਰਨ ਨਹੀਂ ਹੋ ਪਾਉਂਦੀ। ਜਿੱਤ ਦਾ ਰਸਤਾ ਦੂਸਰਾ ਹੈ। ਉਹ ਦਮਨ ਦਾ ਨਹੀਂ, ਗਿਆਨ ਦਾ ਹੈ। ਉਹ ਗੰਦਗੀ ਨੂੰ ਹਟਾਉਣ ਦਾ ਨਹੀਂ, ਕਿਉਂਕਿ ਉਹ ਗੰਦਗੀ ਵੀ ਮੈਂ ਹੀ ਹਾਂ। ਉਹ ਸਾਨੂੰ ਖਾਦ ਬਣਾਉਣ ਦਾ ਹੈ। ਇਹਨੂੰ ਹੀ ਪੁਰਾਣੀ ਅਲਕੇਮੀ ਵਿੱਚ ਲੋਹੇ ਨੂੰ ਸੋਨਾ ਬਣਾਉਣਾ ਕਿਹਾ ਗਿਆ ਹੈ। ਧੰਨਵਾਦ। ਮਹਾਵੀਰ ਨੇ ਪੁੱਛਿਆ ਹੈ, ਸ਼੍ਰਮਣੋ, ਪ੍ਰਾਣੀਆਂ ਨੂੰ ਭੈ ਕੀ ਹੈ? ਕੱਲ ਕੋਈ ਇਹੋ ਪੁੱਛਦਾ ਸੀ ਤੇ ਕੋਈ ਪੁੱਛੇ ਜਾਂ ਨਾ ਪੁੱਛੇ, ਸਵਾਲ ਤਾਂ ਇਹੀ ਹਰੇਕ ਦੀਆਂ ਅੱਖਾਂ 'ਚ ਹੈ। ਸ਼ਾਇਦ ਇਹ ਸਨਾਤਨ ਸਵਾਲ ਹੈ ਤੇ ਸ਼ਾਇਦ ਇਹ ਇਕੱਲਾ ਹੀ ਸਵਾਲ ਹੈ ਜੋ ਪੁੱਛਣਾ ਸਾਰਥਕ ਵੀ ਹੈ। ਹਰ ਇੱਕ ਭੈਭੀਤ ਹੈ। ਗਿਆਤ ਵਿੱਚ, ਅਗਿਆਤ ਵਿੱਚ ਡਰ ਸਰਕ ਰਿਹਾ ਹੈ। ਉੱਠਦੇ ਬੈਠਦੇ ਸੌਂਦੇ ਜਾਗਦੇ ਭੈ ਬਣਿਆ ਹੋਇਆ ਹੈ। ਹਰੇਕ ਕਿਰਿਆ 'ਚ, ਵਿਹਾਰ ਵਿੱਚ, ਵਿਚਾਰ 'ਚ ਡਰ ਹੈ। ਪ੍ਰੇਮ ਵਿੱਚ, ਕਿਰਨਾ ਵਿੱਚ, ਪੁੰਨ ਵਿੱਚ, ਪਾਪ ਵਿੱਚ, ਸਭ ਵਿੱਚ ਡਰ ਹੈ। ਜਿਵੇਂ ਸਾਡੀ ਪੂਰੀ ਚੇਤਨਾ ਹੀ ਡਰ ਨਾਲ ਬਣੀ ਹੈ। ਸਾਡੇ ਵਿਸ਼ਵਾਸ, ਧਾਰਨਾਵਾਂ, ਧਰਮ ਤੇ ਈਸ਼ਵਰ ਡਰ ਦੇ ਇਲਾਵਾ ਹੋਰ ਕੀ ਹਨ? ਇਹ ਡਰ ਕੀ ਹੈ? ਡਰ ਦੇ ਰੂਪ ਅਨੇਕ ਹਨ ਪਰ ਡਰ ਇੱਕ ਹੀ ਹੈ। ਉਹ ਮੌਤ ਹੈ। ਉਹ ਮੂਲ ਡਰ ਹੈ। ਮਿਟਣ ਦੀ, ਨਾ ਹੋ ਜਾਣ ਦੀ ਸੰਭਾਵਨਾ ਹੀ ਸਾਰੇ ਡਰ ਦੇ ਮੂਲ 'ਚ ਹਨ। ਡਰ ਅਰਥਾਤ ਨਾ ਹੋ ਜਾਣ ਦੀ, ਮਿਟਣ ਦੀ ਆਸ਼ੰਕਾ। ਇਸ ਆਸ਼ੰਕਾ ਤੋਂ ਬਚਣ ਲਈ ਪੂਰਾ ਜੀਵਨ ਯਤਨ ਚੱਲਦਾ ਹੈ। ਸਾਰਾ ਯਤਨ ਇਸ ਮੂਲ ਅਸੁਰੱਖਿਆ ਤੋਂ ਬਚਣ ਨੂੰ ਹੈ। ਪਰ ਪੂਰਾ ਜੀਵਨ ਦੌੜ ਕੇ ਵੀ ਹੋਣਾ ਪੱਕਾ ਨਹੀਂ ਹੋ ਪਾਉਂਦਾ। ਦੌੜ ਹੋ ਜਾਂਦੀ ਹੈ ਸਮਾਪਤ, ਅਸੁਰੱਖਿਆ ਉਵੇਂ ਬਣੀ ਰਹਿੰਦੀ ਹੈ। ਜੀਵਨ ਹੋ ਜਾਂਦਾ ਹੈ ਪੂਰਾ ਤੇ ਮੌਤ ਨਹੀਂ ਟਲਦੀ ਆਉਂਦੀ। ਉਲਟਾ ਜੋ ਜੀਵਨ ਦਿਸਦਾ ਸੀ ਉਹ ਪੂਰਾ ਹੋ ਕੇ ਮੌਤ 'ਚ ਤਬਦੀਲ ਹੋ ਜਾਂਦਾ ਹੈ। ਫਿਰ ਪਤਾ ਲੱਗਦਾ ਜੀਵਨ ਵਰਗਾ ਕੁਝ ਸੀ ਹੀ ਨਹੀਂ, ਸਿਰਫ ਮੌਤ ਵਿਕਸਿਤ ਹੋ ਰਹੀ ਸੀ। ਜਨਮ ਤੇ ਮੌਤ ਜਿਵੇਂ ਮੌਤ ਦੇ ਹੀ ਦੋ ਪਾਸੇ ਸਨ। ਇਹ ਮੌਤ ਦਾ ਡਰ ਕਿਉਂ ਹੈ? ਮੌਤ ਤਾਂ ਅਗਿਆਤ ਹੈ, ਉਹ ਤਾਂ ਅਪਰਿਚਿਤ ਹੈ। ਉਹਦਾ ਡਰ ਕਿਵੇਂ ਹੋਏਗਾ ਜੋ ਗਿਆਤ ਹੀ ਨਹੀਂ ਹੈ? ਉਸ ਨਾਲ ਸੰਬੰਧ ਵੀ ਕੀ ਹੋ ਸਕਦਾ ਹੈ? ਵਸਤੁਤ ਜਿਹਨੂੰ ਅਸੀਂ ਮੌਤ ਦਾ ਡਰ ਕਹਿੰਦੇ ਹਾਂ, ਮੌਤ ਦਾ ਨਾ ਹੋ ਕੇ ਜਿਸ ਨੂੰ ਅਸੀਂ ਜਾਣਦੇ ਹਾਂ ਉਹਦੇ ਖੋਣ ਦਾ ਡਰ ਹੈ। ਜੋ ਗਿਆਤ ਹੈ ਉਸ ਨਾਲ ਸਾਡੀ ਇੱਕਮਿਕਤਾ ਹੈ। ਉਹੀ ਸਾਡਾ ਹੋਣਾ ਬਣ ਗਿਆ ਹੈ। ਉਹੀ ਸਾਡੀ ਸੱਤਾ ਬਣ ਗਈ ਹੈ। ਮੇਰਾ ਸਰੀਰ, ਮੇਰੀ ਸੰਪਤੀ, ਮੇਰੀ ਪ੍ਰਤਿਸ਼ਠਾ,
ਮੇਰੇ ਸਬੰਧ, ਮੇਰੇ ਸੰਸਕਾਰ, ਮੇਰੇ ਵਿਸ਼ਵਾਸ, ਮੇਰੇ ਵਿਚਾਰ, ਇਹੀ ਮੇਰੇ ਮੈਂ ਦੀ ਜਾਨ ਬਣ ਗਏ ਹਨ। ਇਹੋ ਮੈਂ ਹੋ ਗਿਆ ਹੈ। ਮੌਤ ਮੈਨੂੰ ਖੋ ਲਏਗੀ, ਇਹੀ ਡਰ ਹੈ। ਇਸ ਸਾਰੇ ਨੂੰ ਇਕੱਠਾ ਕੀਤਾ ਜਾਂਦਾ ਹੈ ਡਰ ਤੋਂ ਬਚਣ ਲਈ, ਸੁਰੱਖਿਆ ਪਾਉਣ ਲਈ, ਤੇ ਹੁੰਦਾ ਉਲਟਾ ਹੈ। ਇਹਦੇ ਖੋਣ ਦੀ ਅਸ਼ੰਕਾ ਹੀ ਡਰ ਬਣ ਜਾਂਦੀ ਹੈ। ਮਨੁੱਖ ਅਕਸਰ ਜੋ ਵੀ ਕਰਦਾ ਹੈ ਉਹ ਸਭ ਜਿਸ ਦੇ ਲਈ ਕੀਤਾ ਜਾਂਦਾ ਹੈ ਉਹਦੇ ਉਲਟ ਚਲਾ ਜਾਂਦਾ ਹੈ। ਅਗਿਆਨ ਵਿੱਚ ਆਨੰਦ ਦੇ ਲਈ ਉਠਾਏ ਗਏ ਸਾਰੇ ਕਦਮ ਦੁੱਖ 'ਚ ਲੈ ਜਾਂਦੇ ਹਨ। ਅਭੈ ਦੇ ਲਈ ਚੱਲਿਆ ਗਿਆ ਰਸਤਾ ਹੋਰ ਡਰ 'ਚ ਲੈ ਜਾਂਦਾ ਹੈ। ਜੋ ਸਵੈ ਦੀ ਪ੍ਰਾਪਤੀ ਲੱਗਦਾ ਹੁੰਦਾ ਹੈ ਉਹ ਸਵੈ ਨਹੀਂ ਹੈ। ਜੇ ਸੱਚ ਦੇ ਪ੍ਰਤੀ ਜਾਗਰਿਤ ਹੋ ਜਾਈਏ, ਜੇ ਮੈਂ ਇਹ ਜਾਣ ਸਕਾਂ ਕਿ ਜਿਹਨੂੰ ਮੈਂ ਜਾਣਿਆ ਹੈ ਉਹ ਮੈਂ ਨਹੀਂ ਹੈ, ਤੇ ਇਸ ਪਲ ਵੀ ਮੈਂ ਇੱਕ ਮਿਕਤਾ ਤੋਂ ਭਿੰਨ ਤੇ ਵੱਖਰਾ, ਤਾਂ ਡਰ ਵਿਸਰਜਿਤ ਹੋ ਜਾਂਦਾ ਹੈ। ਮੌਤ ਵਿੱਚ ਜੋ ਪਰ ਹੈ ਉਹੀ ਖੁੱਸਦਾ ਹੈ। ਇਸ ਸੱਚ ਨੂੰ ਜਾਣਨ ਲਈ ਕੋਈ ਕਿਰਿਆ, ਕੋਈ ਯਤਨ ਨਹੀਂ ਕਰਨਾ ਪੈਂਦਾ। ਸਿਰਫ ਉਹਨਾਂ ਤੱਥਾਂ ਨੂੰ ਜਾਣਨਾ ਹੈ, ਉਹਨਾਂ ਤੱਥਾਂ ਦੇ ਪ੍ਰਤੀ ਜਾਗਣਾ ਹੈ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਮੈਂ ਹਾਂ, ਜਿਨ੍ਹਾਂ ਨਾਲ ਮੇਰੀ ਇੱਕਮਿਕਤਾ ਹੈ। ਜਾਗਰਣ ਇੱਕਮਿਕਤਾ ਤੋੜ ਦਿੰਦਾ ਹੈ। ਜਾਗਰਣ ਸਵੈ ਤੇ ਪਰ ਨੂੰ ਅਲੱਗ ਕਰ ਦਿੰਦਾ ਹੈ। ਸਵੈ ਤੇ ਪਰ ਦੀ ਇੱਕਮਿਕਤਾ ਭੈ ਹੈ, ਤੇ ਉਹਨਾਂ ਦਾ ਅਲੱਗ ਬੋਧ ਡਰ ਮੁਕਤੀ ਹੈ, ਅਭੈ ਹੈ। ਓਸ਼ੋ ਦਾ ਲੈਕਚਰ। ਇੱਕ ਸਾਧੂ ਨੇ ਆਪਣੇ ਆਸ਼ਰਮ ਦੇ ਨਿਵਾਸੀਆਂ ਨੂੰ ਸੰਸਾਰ ਦੇ ਵਿਰਾਟ ਸਕੂਲ 'ਚ ਅਧਿਐਨ ਦੇ ਲਈ ਯਾਤਰਾ ਨੂੰ ਭੇਜਿਆ ਸੀ। ਸਮਾਂ ਪੂਰਾ ਹੋਣ ਤੇ ਉਹ ਸਭ ਸਿਰਫ ਇੱਕ ਨੂੰ ਛੱਡ ਕੇ ਵਾਪਸ ਮੁੜ ਆਏ ਸਨ। ਉਹਨਾਂ ਦੇ ਗਿਆਨ ਗ੍ਰਹਿਣ ਤੇ ਪ੍ਰਾਪਤੀਆਂ ਨੂੰ ਦੇਖ ਕੇ ਗੁਰੂ ਬਹੁਤ ਪ੍ਰਸੰਨ ਹੋਇਆ ਸੀ। ਉਹ ਬਹੁਤ ਕੁਝ ਸਿੱਖ ਕੇ ਵਾਪਸ ਮੁੜੇ ਸਨ। ਫਿਰ ਅਖੀਰ ਵਿੱਚ ਪਿੱਛੇ ਰਹਿ ਗਿਆ ਜਵਾਨ ਵੀ ਮੁੜਿਆ। ਗੁਰੂ ਨੇ ਉਹਨੂੰ ਕਿਹਾ, ਜ਼ਰੂਰ ਹੀ ਤੂੰ ਸਭ ਤੋਂ ਬਾਅਦ 'ਚ ਮੁੜਿਆ ਏ, ਇਸ ਲਈ ਸਭ ਤੋਂ ਜ਼ਿਆਦਾ ਸਿੱਖ ਕੇ ਮੁੜਿਆ ਹੋਏਗਾ। ਉਸ ਜਵਾਨ ਨੇ ਕਿਹਾ, ਮੈਂ ਕੁਝ ਵੀ ਸਿੱਖ ਕੇ ਨਹੀਂ ਮੁੜਿਆ, ਉਲਟਾ ਜੋ ਤੁਸੀਂ ਸਿਖਾਇਆ ਸੀ ਉਹ ਵੀ ਭੁੱਲ ਆਇਆ। ਇਹ ਤੋਂ ਜ਼ਿਆਦਾ ਨਿਰਾਸ਼ਾਜਨਕ ਹੋਰ ਕਿਹੜਾ ਉੱਤਰ ਹੋ ਸਕਦਾ ਸੀ। ਫਿਰ ਇੱਕ ਦਿਨ ਉਹ ਜਵਾਨ ਗੁਰੂ ਦੀ ਮਾਲਿਸ਼ ਕਰ ਰਿਹਾ ਸੀ। ਗੁਰੂ ਜੀ ਦੀ ਪਿੱਠ ਨੂੰ ਮਲਦੇ ਹੋਏ ਉਹਨੇ ਮਨ ਹੀ ਮਨ ਕਿਹਾ, ਮੰਦਿਰ ਤਾਂ ਬਹੁਤ ਸੁੰਦਰ ਹੈ, ਪਰ ਅੰਦਰ ਭਗਵਾਨ ਦੀ ਮੂਰਤੀ ਨਹੀਂ ਹੈ। ਗੁਰੂ ਨੇ ਸੁਣਿਆ। ਉਹਦੇ ਕ੍ਰੋਧ ਦਾ ਠਿਕਾਣਾ ਨਾ ਰਿਹਾ। ਨਿਸ਼ਚਿਤ ਹੀ ਉਹ ਸ਼ਬਦ ਉਹਨੂੰ ਹੀ ਕਹੇ ਗਏ ਸਨ। ਉਹਦੇ ਹੀ ਸੁੰਦਰ ਸਰੀਰ ਨੂੰ ਉਹਨੇ ਮੰਦਰ ਕਿਹਾ ਸੀ, ਤੇ ਗੁਰੂ ਦੇ ਕ੍ਰੋਧ ਨੂੰ ਵੇਖ ਕੇ ਉਹ ਜਵਾਨ ਹੱਸਣ ਲੱਗਿਆ ਸੀ। ਉਹ ਅਜਿਹਾ ਹੀ ਸੀ ਜਿਵੇਂ ਕੋਈ ਮੱਚਦੀ ਅੱਗ ਤੇ ਸੁੱਕਾ ਘਾਹ ਫੂਸ ਸੁੱਟ ਦੇਵੇ। ਗੁਰੂ ਨੇ ਉਹਨੂੰ ਆਸ਼ਰਮ 'ਚੋਂ ਅਲੱਗ ਕਰ ਦਿੱਤਾ ਸੀ। ਤੇ ਫਿਰ ਇੱਕ ਸਵੇਰ ਜਦੋਂ ਗੁਰੂ ਆਪਣੇ ਧਰਮ ਗ੍ਰੰਥ ਦਾ ਅਧਿਐਨ ਕਰ ਰਿਹਾ ਸੀ, ਉਹ ਜਵਾਨ ਅਚਾਨਕ ਕਿਤੋਂ ਆ ਕੇ ਕੋਲ ਬੈਠ ਗਿਆ। ਉਹ ਬੈਠਾ ਰਿਹਾ, ਗੁਰੂ ਪੜ੍ਹਦਾ ਰਿਹਾ, ਤੇ ਉਦੋਂ ਇੱਕ ਜੰਗਲੀ ਮਧੂਮੱਖੀ ਕਮਰੇ 'ਚ ਆ ਕੇ ਬਾਹਰ ਜਾਣ ਦਾ ਰਸਤਾ ਲੱਭਣ ਲੱਗੀ ਸੀ। ਦਰਵਾਜ਼ਾ ਤਾਂ ਖੁੱਲ੍ਹਾ ਸੀ, ਉਹੀ ਦਰਵਾਜ਼ਾ ਜਿਸ ਰਾਹੀਂ ਉਹ ਅੰਦਰ ਆਈ ਸੀ, ਪਰ ਉਹ ਬਿਲਕੁਲ ਅੰਨ੍ਹੀ ਹੋ ਕੇ ਬੰਦ ਖਿੜਕੀ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਉਹਦੀ ਭਿਣਭਿਣਾਹਟ ਮੰਦਰ ਦੀ ਖਾਮੋਸ਼ੀ 'ਚ ਗੂੰਜ ਰਹੀ ਸੀ। ਉਸ ਯੁਵਕ ਨੇ ਖੜੇ ਹੋ ਕੇ ਜ਼ੋਰ ਨਾਲ ਉਸ ਮਧੂਮੱਖੀ ਨੂੰ ਕਿਹਾ, ਉਹ ਨਾ ਸਮਝ, ਉੱਥੇ ਦੁਆਰ ਨਹੀਂ ਦੀਵਾਰ ਹੈ, ਰੁਕ ਤੇ ਪਿੱਛੇ ਦੇਖ, ਸਟਾਪ ਐਂਡ ਸੀ ਬੈਕ। ਜਿੱਥੋਂ ਤੇਰਾ ਆਉਣਾ ਹੋਇਆ ਹੈ, ਦਰਵਾਜ਼ਾ ਉੱਥੇ ਹੈ। ਮਧੂਮੱਖੀ ਨੇ ਤਾਂ ਨਹੀਂ, ਪਰ ਉਸ ਗੁਰੂ ਨੇ ਇਹ ਸ਼ਬਦ ਜ਼ਰੂਰ ਸੁਣ ਲਏ, ਤੇ ਉਹਨੂੰ ਦਰਵਾਜ਼ਾ ਮਿਲ ਗਿਆ। ਉਹਨੇ ਉਸ ਜਵਾਨ ਦੀਆਂ ਅੱਖਾਂ 'ਚ ਪਹਿਲੀ ਵਾਰੀ ਦੇਖਿਆ। ਉਹ ਉਹੀ ਨਹੀਂ ਸੀ ਜੋ ਯਾਤਰਾ ਤੇ ਗਿਆ ਸੀ। ਇਹ ਅੱਖਾਂ ਦੂਸਰੀਆਂ ਹੀ ਸਨ। ਉਹਨੇ ਉਸ ਦਿਨ ਜਾਣਿਆ ਕਿ ਉਹ ਜੋ ਸਿੱਖ ਕੇ ਆਇਆ ਹੈ ਉਹ ਕੋਈ ਸਧਾਰਨ ਸਿੱਖਣਾ ਨਹੀਂ ਹੈ। ਉਹ ਕੁਝ ਸਿੱਖ ਕੇ ਨਹੀਂ, ਕੁਝ ਜਾਣ ਕੇ ਆਇਆ ਸੀ। ਗੁਰੂ ਨੇ ਉਹਨੂੰ ਕਿਹਾ, ਮੈਂ ਅੱਜ ਜਾਣ ਗਿਆ ਕਿ ਮੇਰਾ ਮੰਦਰ ਭਗਵਾਨ ਤੋਂ ਖਾਲੀ ਹੈ, ਤੇ ਮੈਂ ਅੱਜ ਜਾਣ ਗਿਆ ਕਿ ਮੈਂ ਅੱਜ ਤੱਕ ਦੀਵਾਰ ਨਾਲ ਹੀ ਸਿਰ ਮਾਰਦਾ ਰਿਹਾ ਤੇ ਦੁਆਰ ਮੈਨੂੰ ਨਹੀਂ ਮਿਲਿਆ। ਪਰ ਹੁਣ ਮੈਂ ਦੁਆਰ ਨੂੰ ਪਾਉਣ ਦੇ ਲਈ ਕੀ ਕਰਾਂ, ਤੇ ਕੀ ਕਰਾਂ ਕਿ ਮੇਰਾ ਮੰਦਰ ਭਗਵਾਨ ਤੋਂ ਖਾਲੀ ਨਾ ਰਹੇ। ਉਸ ਜਵਾਨ ਨੇ ਕਿਹਾ, ਭਗਵਾਨ ਨੂੰ ਚਾਹੁੰਦੇ ਹੋ ਤਾਂ ਖੁਦ ਤੋਂ ਖਾਲੀ ਹੋ ਜਾਓ। ਜੋ ਖੁਦ ਨਾਲ ਭਰਿਆ ਉਹੀ ਭਗਵਾਨ ਤੋਂ ਖਾਲੀ ਹੈ, ਤੇ ਜੋ ਖੁਦ ਤੋਂ ਖਾਲੀ ਹੋ ਜਾਂਦਾ ਹੈ ਉਹ ਪਾਉਂਦਾ ਹੈ ਕਿ ਉਹ ਸਦਾ ਤੋਂ ਹੀ ਭਗਵਾਨ ਨਾਲ ਭਰਿਆ ਹੋਇਆ ਸੀ। ਇਸ ਸੱਚ ਤੱਕ ਦੁਆਰ ਪਾਉਣਾ ਚਾਹੁੰਦੇ ਹੋ ਤਾਂ ਉਹੀ ਕਰੋ ਜੋ ਹੁਣ ਉਹ ਮਧੂਮੱਖੀ ਕਰ ਰਹੀ ਹੈ। ਗੁਰੂ ਨੇ ਦੇਖਿਆ ਮਧੂਮੱਖੀ ਹੁਣ ਕੁਝ ਵੀ ਨਹੀਂ ਕਰ ਰਹੀ। ਉਹ ਦੀਵਾਰ ਤੇ ਬੈਠੀ ਹੈ, ਬਸ ਬੈਠੀ ਹੈ। ਉਹਨੇ ਸਮਝਿਆ, ਉਹ ਜਾਗਿਆ ਜਿਵੇਂ ਹਨੇਰੇ 'ਚ ਬਿਜਲੀ ਲਿਸ਼ਕ ਗਈ ਹੋਵੇ। ਅਜਿਹਾ ਉਹਨੂੰ ਲੱਗਿਆ
ਤੇ ਉਹਨੇ ਇਹ ਵੀ ਦੇਖਿਆ ਕਿ ਉਹ ਮਧੂਮੱਖੀ ਦਰਵਾਜ਼ੇ 'ਚੋਂ ਬਾਹਰ ਜਾ ਰਹੀ ਹੈ। ਇਹ ਕਹਾਣੀ ਮੇਰਾ ਪੂਰਾ ਸੰਦੇਸ਼ ਹੈ। ਇਹੀ ਮੈਂ ਕਹਿ ਰਿਹਾ, ਭਗਵਾਨ ਨੂੰ ਪਾਉਣ ਨੂੰ ਕੁਝ ਕਰਨਾ ਨਹੀਂ ਹੈ, ਸਿਰਫ ਸਭ ਕਰਨਾ ਛੱਡ ਕੇ ਦੇਖਣਾ ਹੈ। ਚਿੱਤ ਜਦੋਂ ਸ਼ਾਂਤ ਹੁੰਦਾ ਹੈ ਤੇ ਦੇਖਦਾ ਹੈ ਤਾਂ ਦਰਵਾਜ਼ਾ ਮਿਲ ਜਾਂਦਾ ਹੈ। ਸ਼ਾਂਤ ਤੇ ਸ਼ੂਨਿਆ ਚਿੱਤ ਹੀ ਦਰਵਾਜ਼ਾ ਹੈ। ਇਸ ਸ਼ੂਨਿਆ ਦੇ ਲਈ ਹੀ ਮੇਰਾ ਸੱਦਾ ਹੈ। ਉਹ ਸੱਦਾ ਧਰਮ ਦਾ ਹੀ ਹੈ। ਉਸ ਸੱਦੇ ਨੂੰ ਸਵੀਕਾਰ ਕਰ ਲੈਣਾ ਹੀ ਧਾਰਮਿਕ ਹੋਣਾ ਹੈ। ਧੰਨਵਾਦ। ਨੀਲੇ ਆਕਾਸ਼ ਦੇ ਥੱਲੇ ਸੂਰਜ ਦੀ ਗਰਮੀ ਫੈਲ ਗਈ ਹੈ। ਸਰਦੀ ਜ਼ਿਆਦਾ ਹੋ ਗਈ ਹੈ ਤੇ ਘਾਹ ਦੇ ਜੰਮੇ ਤਰੇਲ ਕਣ ਬਰਫ਼ ਵਰਗੇ ਠੰਡੇ ਲੱਗਦੇ ਹਨ। ਫੁੱਲਾਂ ਤੋਂ ਤਰੇਲ ਦੀਆਂ ਬੂੰਦਾਂ ਟਪਕ ਰਹੀਆਂ ਹਨ। ਰਾਤ ਰਾਣੀ ਰਾਤ ਭਰ ਸੁਗੰਧ ਖਿਲਾਰ ਕੇ ਸੌਂ ਗਈ ਹੈ। ਇੱਕ ਮੁਰਗਾ ਬਾਂਗ ਦਿੰਦਾ ਹੈ, ਫਿਰ ਦੂਰ ਦੂਰ ਤੋਂ ਉਹਦੇ ਜਵਾਬ ਆਉਂਦੇ ਹਨ। ਦਰਖਤ ਹਵਾ ਦੇ ਝੌਂਕਿਆਂ ਨਾਲ ਕੰਬ ਰਹੇ ਹਨ ਤੇ ਚਿੜੀਆਂ ਦੇ ਗੀਤ ਬੰਦ ਹੀ ਨਹੀਂ ਹੁੰਦੇ। ਸਵੇਰ ਆਪਣੇ ਹਸਤਾਖਰ ਸਭ ਜਗ੍ਹਾ ਕਰ ਦਿੰਦੀ ਹੈ। ਸਾਰਾ ਸੰਸਾਰ ਅਚਾਨਕ ਕਹਿਣ ਲੱਗਦਾ ਹੈ ਕਿ ਸਵੇਰ ਹੋ ਗਈ। ਮੈਂ ਬੈਠਾ ਦੂਰ ਦਰਖਤਾਂ 'ਚ ਗਵਾਚ ਗਏ ਰਸਤਿਆਂ ਨੂੰ ਦੇਖਦਾ ਹਾਂ। ਹੌਲੀ ਹੌਲੀ ਰਾਹ ਭਰਨ ਲੱਗਦੀ ਹੈ। ਲੋਕ ਨਿਕਲਦੇ ਹਨ, ਉਹ ਚੱਲਦੇ ਹਨ ਪਰ ਸੁੱਤੇ ਜੇ ਲੱਗਦੇ ਹਨ। ਕਿਸੇ ਅੰਦਰਲੀ ਸੁਸਤੀ ਨੇ ਸਭ ਨੂੰ ਫੜਿਆ ਹੋਇਆ ਹੈ। ਸੁਬਹ ਦੇ ਇਹਨਾਂ ਆਨੰਦ ਪਲਾਂ ਪ੍ਰਤੀ ਉਹ ਜਾਗੇ ਹੋਏ ਨਹੀਂ ਲੱਗਦੇ, ਜਿਵੇਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਜੋ ਸੰਸਾਰ ਦੇ ਪਿੱਛੇ ਹੈ ਉਹ ਇਹਨਾਂ ਪਲਾਂ 'ਚ ਅਚਾਨਕ ਹੀ ਪ੍ਰਗਟ ਹੋ ਜਾਂਦਾ ਹੈ। ਜੀਵਨ ਵਿੱਚ ਕਿੰਨਾ ਸੰਗੀਤ ਹੈ ਤੇ ਮਨੁੱਖ ਕਿੰਨਾ ਬੋਲਾ ਹੈ। ਜੀਵਨ 'ਚ ਕਿੰਨੀ ਸੁੰਦਰਤਾ ਹੈ ਤੇ ਮਨੁੱਖ ਕਿੰਨਾ ਅੰਨਾ ਹੈ। ਜੀਵਨ 'ਚ ਕਿੰਨਾ ਆਨੰਦ ਹੈ ਤੇ ਮਨੁੱਖ ਕਿੰਨਾ ਸੰਵੇਦਨ ਸ਼ੂਨਿਆ ਹੈ। ਉਸ ਦਿਨ ਉਹਨਾਂ ਪਹਾੜੀਆਂ ਤੇ ਗਿਆ ਸੀ। ਉਹਨਾਂ ਸੁੰਦਰ ਪਰਬਤੀ ਲਾਈਨਾਂ 'ਚ ਅਸੀਂ ਦੇਰ ਤੱਕ ਰੁਕੇ ਸਾਂ, ਪਰ ਜੋ ਮੇਰੇ ਨਾਲ ਸਾਨੂੰ ਜੀਵਨ ਦੀਆਂ ਦਿਨੋਂ ਦਿਨ ਛੋਟੀਆਂ ਗੱਲਾਂ 'ਚ ਹੀ ਲੱਗੇ ਸਨ। ਉਹਨਾਂ ਸਭ ਗੱਲਾਂ 'ਚ ਜਿਨ੍ਹਾਂ ਦਾ ਕੋਈ ਅਰਥ ਨਹੀਂ, ਜਿਨ੍ਹਾਂ ਦਾ ਹੋਣਾ ਨਾ ਹੋਣਾ ਬਰਾਬਰ ਹੈ। ਇਹਨਾਂ ਗੱਲਾਂ ਦੀ ਓਟ ਨੇ ਉਹਨਾਂ ਨੂੰ ਉਸ ਪਰਬਤੀ ਸ਼ਾਮ ਦੀ ਸੁੰਦਰਤਾ ਤੋਂ ਵੰਚਿਤ ਕਰ ਦਿੱਤਾ ਸੀ। ਇਸ ਤਰ੍ਹਾਂ ਥੋੜ੍ਹੇ 'ਚ ਰੁੱਝੇ ਅਸੀਂ ਵਿਰਾਟ ਤੋਂ ਅਣਜਾਣ ਰਹਿ ਜਾਂਦੇ ਹਾਂ ਤੇ ਜੋ ਨੇੜੇ ਹੀ ਹੈ ਉਹ ਆਪਣੇ ਹੱਥੋਂ ਦੂਰ ਹੋ ਜਾਂਦਾ ਹੈ। ਮੈਂ ਕਹਿਣਾ ਚਾਹੁੰਦਾ, ਐ ਮਨੁੱਖ, ਤੂੰ ਖੋਣਾ ਕੁਝ ਵੀ ਨਹੀਂ ਹੈ ਸਿਵਾਏ ਆਪਣੇ ਅੰਨ੍ਹੇਪਣ ਦੇ, ਤੇ ਪਾ ਲੈਣਾ ਹੈ ਸਭ ਕੁਝ। ਆਪਣੇ ਹੱਥੋਂ ਬਣੇ ਭਿਖਾਰੀ, ਅੱਖਾਂ ਖੋਲ, ਪ੍ਰਿਥਵੀ ਤੇ ਸਵਰਗ ਦਾ ਸਾਰਾ ਰਾਜ ਤੇਰਾ ਹੈ। ਧੰਨਵਾਦ। ਕੱਲ ਦੁਪਹਿਰ ਇੱਕ ਪਹਾੜੀ ਦੇ ਅੰਚਲ 'ਚ ਸਾਂ। ਧੁੱਪ ਛਾਂ ਤੇ ਵਿਸਤਾਰ 'ਚ ਬੜੀਆਂ ਸੁਖੀ ਘੜੀਆਂ ਬੀਤੀਆਂ। ਨੇੜੇ ਸੀ ਇੱਕ ਤਲਾਬ ਤੇ ਹਵਾ ਦੇ ਤੇਜ਼ ਥਪੇੜਿਆਂ ਨੇ ਉਹਨੂੰ ਬੇਚੈਨ ਕਰ ਰੱਖਿਆ ਸੀ। ਲਹਿਰਾਂ ਉੱਠਦੀਆਂ, ਬਹਿੰਦੀਆਂ ਤੇ ਟੁੱਟਦੀਆਂ, ਉਹਦਾ ਸਭ ਕੁਝ ਸ਼ਾਂਤ ਸੀ। ਫਿਰ ਹਵਾਵਾਂ ਸੌਂ ਗਈਆਂ ਤੇ ਤਲਾਬ ਵੀ ਸੌਂ ਗਿਆ। ਮੈਂ ਕਿਹਾ, ਦੇਖੋ, ਜੋ ਬੇਚੈਨ ਹੁੰਦਾ ਉਹ ਸ਼ਾਂਤ ਵੀ ਹੋ ਸਕਦਾ ਹੈ। ਬੇਚੈਨੀ ਆਪਣੇ 'ਚ ਸ਼ਾਂਤੀ ਨੂੰ ਲੁਕਾਈ ਬੈਠੀ ਹੈ। ਤਲਾਬ ਹੁਣ ਸ਼ਾਂਤ ਹੈ, ਉਦੋਂ ਵੀ ਸ਼ਾਂਤ ਸੀ। ਲਹਿਰਾਂ ਉੱਪਰ ਹੀ ਸਨ, ਅੰਦਰੋਂ ਪਹਿਲਾਂ ਵੀ ਸ਼ਾਂਤ ਸੀ। ਮਨੁੱਖ ਵੀ ਉੱਪਰੋਂ ਹੀ ਅਸ਼ਾਂਤ ਹੈ, ਲਹਿਰਾਂ ਉੱਪਰ ਹੀ ਹਨ, ਅੰਦਰ ਗਹਿਰਾਈ 'ਚ ਸੰਘਣਾ ਮੌਨ ਹੈ। ਵਿਚਾਰਾਂ ਦੀਆਂ ਹਵਾਵਾਂ ਤੋਂ ਦੂਰ ਚਲੀਏ ਤੇ ਸ਼ਾਂਤ ਸਰੋਵਰ ਦੇ ਦਰਸ਼ਨ ਸ਼ੁਰੂ ਹੋ ਜਾਂਦੇ ਹਨ। ਇਹ ਸਰੋਵਰ ਹੁਣੇ ਅਤੇ ਇੱਥੇ ਪਾਇਆ ਜਾ ਸਕਦਾ ਹੈ। ਸਮੇਂ ਦਾ ਸਵਾਲ ਹੀ ਨਹੀਂ ਹੈ, ਕਿਉਂਕਿ ਸਮਾਂ ਉੱਥੋਂ ਤੱਕ ਹੈ ਜਿੱਥੋਂ ਤੱਕ ਵਿਚਾਰ ਹਨ। ਧਿਆਨ ਸਮੇਂ ਦੇ ਬਾਹਰ ਹੈ। ਈਸਾ ਨੇ ਕਿਹਾ ਹੈ ਤੇ ਸਮਾਂ ਉੱਥੇ ਨਹੀਂ ਹੈ। And there shall be time no longer. ਸਮੇਂ 'ਚ ਦੁੱਖ ਹੈ, ਸਮਾਂ ਦੁੱਖ ਹੈ। ਸਮੇਂ ਤੋਂ ਪਾਰ ਹੋਣਾ ਆਨੰਦ ਵਿੱਚ ਹੋਣਾ ਹੈ, ਸਮੇਂ ਤੋਂ ਪਹਿਲਾਂ ਹੋਣਾ ਆਨੰਦ ਹੈ। ਚਲੋ ਮਿੱਤਰ, ਸਮੇਂ ਦੇ ਬਾਹਰ ਚੱਲੀਏ। ਉੱਥੇ ਅਸੀਂ ਹਾਂ। ਸਮੇਂ ਦੇ ਅੰਦਰ ਜੋ ਦਿਸਦਾ ਹੈ ਉਸ ਸਮੇਂ ਦੇ ਬਾਹਰ ਹੀ ਹੈ। ਇੰਨਾ ਜਾਣਨਾ ਹੀ ਚੱਲਣਾ ਹੈ। ਜਾਣਿਆ ਕਿ ਹਵਾਵਾਂ ਰੁਕ ਜਾਂਦੀਆਂ ਹਨ ਤੇ ਸਰੋਵਰ ਸ਼ਾਂਤ ਹੋ ਜਾਂਦਾ ਹੈ। ਧੰਨਵਾਦ। ਮੈਂ ਮਨੁੱਖ ਨੂੰ ਸ਼ਬਦਾਂ 'ਚ ਘਿਰਿਆ ਦੇਖਦਾ ਹਾਂ, ਪਰ ਸ਼ਾਸਤਰ ਤੇ ਸ਼ਬਦ ਬੇਅਰਥ ਹਨ। ਉਸ ਤਰ੍ਹਾਂ ਸੱਚ ਦੇ ਸੰਬੰਧ 'ਚ ਜਾਣਿਆ ਜਾ ਸਕਦਾ ਹੈ, ਪਰ ਸੱਚ ਨੂੰ ਜਾਣਨ ਦਾ ਉਹ ਰਸਤਾ ਨਹੀਂ ਹੈ। ਸ਼ਬਦ ਨਾਲ ਸੱਤਾ ਨਹੀਂ ਆਉਂਦੀ, ਸੱਤਾ ਦਾ ਦੁਆਰ ਸ਼ੂਨਿਆ ਹੈ। ਸ਼ਬਦ ਤੋਂ ਅਸ਼ਬਦ ਵਿੱਚ ਛਲਾਂਗ ਲਾਉਣ ਦਾ ਸਾਹਸ ਹੀ ਧਾਰਮਿਕਤਾ ਹੈ।
ਵਿਚਾਰ ਪਰ ਨੂੰ ਜਾਣਨ ਦਾ ਉਪਾਅ ਹੈ। ਉਹ ਖੁਦ ਨੂੰ ਨਹੀਂ ਦਿੰਦਾ ਹੈ, ਖੁਦ ਉਹਦੇ ਵੀ ਪਿੱਛੇ ਜੋ ਹੈ, ਖੁਦ ਸਭ ਤੋਂ ਪਹਿਲਾਂ ਹੈ। ਖੁਦ ਨਾਲ ਅਸੀਂ ਸੱਤਾ 'ਚ ਸੰਯੁਕਤ ਹਾਂ। ਵਿਚਾਰ ਵੀ ਪਰ ਹੈ, ਉਹ ਵੀ ਜਦੋਂ ਨਹੀਂ ਹੈ ਉਦੋਂ ਜੋ ਹੈ ਉਹ ਹੁੰਦਾ ਹੈ। ਉਸ ਤੋਂ ਪਹਿਲਾਂ ਮੈਂ ਹਉਮੈ ਹਾਂ ਤੇ ਉਸ ਵਿੱਚ ਬ੍ਰਹਮ ਹਾਂ। ਸੱਚ ਵਿੱਚ, ਸੱਤਾ ਵਿੱਚ ਸਵੈ ਪਰ ਮਿਟ ਜਾਂਦਾ ਹੈ। ਉਹ ਭੇਦ ਵੀ ਵਿਚਾਰ 'ਚ ਤੇ ਵਿਚਾਰਦਾ ਹੀ ਸੀ। ਚੇਤਨਾ ਦੇ 3 ਰੂਪ ਹਨ: ਬਾਹਰੀ ਮੂਰਛਾ, ਅੰਤਰ ਮੂਰਛਾ, ਬਾਹਰੀ ਜਾਗਰਤ, ਅੰਤਰ ਮੂਰਛਾ ਤੇ ਬਾਹਰੀ ਜਾਗਰਤ, ਅੰਤਰ ਜਾਗਰਤ। ਪਹਿਲਾ ਰੂਪ ਮੂਰਛਾ ਚੇਤਨਾ ਦਾ ਹੈ, ਉਹ ਜੜਤਾ ਹੈ, ਉਹ ਵਿਚਾਰ ਪੂਰਵ ਸਥਿਤੀ ਹੈ। ਦੂਸਰਾ ਰੂਪ ਅਰਧ ਮੂਰਛਾ, ਅਰਧ ਚੇਤਨਾ ਦਾ ਹੈ, ਉਹ ਜੜ ਤੇ ਚੇਤਨ ਦੇ ਵਿੱਚ ਹੈ, ਉਹ ਵਿਚਾਰ ਦੀ ਸਥਿਤੀ ਹੈ। ਤੀਸਰਾ ਰੂਪ ਅਮੂਰਛਾ, ਪੂਰਨ ਚੇਤਨਾ ਦਾ ਹੈ, ਉਹ ਪੂਰਨ ਚੇਤਨਤਾ ਹੈ ਤੇ ਵਿਚਾਰ ਤੋਂ ਪਹਿਲਾਂ ਹੈ। ਸੱਚ ਨੂੰ ਜਾਣਨ ਲਈ ਸਿਰਫ ਵਿਚਾਰ ਭਾਵ ਹੀ ਨਹੀਂ ਪਾਉਣਾ, ਉਹ ਤਾਂ ਜੜਤਾ 'ਚ, ਮੂਰਛਾ 'ਚ ਲੈ ਜਾਂਦਾ ਹੈ। ਧਰਮ ਦੇ ਨਾਂ ਤੇ ਪ੍ਰਚਲਿਤ ਬਹੁਤੀਆਂ ਕਿਰਿਆਵਾਂ ਮੂਰਛਾ 'ਚ ਹੀ ਲੈ ਜਾਂਦੀਆਂ ਹਨ। ਸ਼ਰਾਬ, ਸੈਕਸ ਤੇ ਸੰਗੀਤ ਵੀ ਮੂਰਛਾ 'ਚ ਹੀ ਲੈ ਜਾਂਦੇ ਹਨ। ਮੂਰਛਾ ਵਿੱਚ ਭੱਜਣਾ ਹੈ, ਉਹ ਪ੍ਰਾਪਤੀ ਨਹੀਂ ਹੈ। ਸੱਚ ਨੂੰ ਪਾਉਣ ਦੇ ਲਈ ਵਿਚਾਰ ਸ਼ੂਨਿਅਤਾ ਤੇ ਚੇਤਨਤਾ ਪਾਉਣਾ ਹੁੰਦਾ ਹੈ। ਉਸ ਸਥਿਤੀ ਦਾ ਨਾਂ ਹੀ ਸਮਾਧੀ ਹੈ। ਧੰਨਵਾਦ। ਪੂਰਨਿਮਾ ਹੈ ਲੇਕਿਨ ਆਕਾਸ਼ ਬੱਦਲਾਂ ਨਾਲ ਢਕਿਆ। ਮੈਂ ਰਾਹ ਤੋਂ ਆਇਆ ਹਾਂ। ਇੱਕ ਰੇਤ ਦੇ ਢੇਰ ਤੇ ਕੁਝ ਬੱਚੇ ਖੇਡ ਰਹੇ ਸਨ। ਉਹਨਾਂ ਰੇਤ ਦੇ ਕੁਝ ਘਰ ਬਣਾਏ ਤੇ ਉਸ ਤੇ ਹੀ ਉਹਨਾਂ ਵਿੱਚ ਝਗੜਾ ਹੋ ਗਿਆ ਸੀ। ਰੇਤ ਦੇ ਘਰਾਂ ਤੇ ਹੀ ਸਾਡੇ ਸਾਰੇ ਝਗੜੇ ਹੁੰਦੇ ਹਨ। ਉਹ ਤਾਂ ਬੱਚੇ ਹੀ ਸਨ, ਪਰ ਥੋੜ੍ਹੀ ਦੇਰ ਵਿੱਚ ਜੋ ਬੱਚੇ ਨਹੀਂ ਸਨ ਉਹ ਵੀ ਉਸ ਵਿੱਚ ਸ਼ਾਮਲ ਹੋ ਗਏ। ਬੱਚਿਆਂ ਦੇ ਝਗੜੇ ਵਿੱਚ ਬਾਅਦ ਵਿੱਚ ਉਹਨਾਂ ਦੇ ਵੱਡੇ ਵੀ ਸ਼ਾਮਲ ਹੋ ਗਏ ਸਨ। ਮੈਂ ਕਿਨਾਰੇ ਖੜਾ ਸੋਚਦਾ ਰਿਹਾ ਕਿ ਬੱਚਿਆਂ ਤੇ ਵੱਡਿਆਂ ਦੀ ਵੰਡ ਕਿੰਨੀ ਨਕਲੀ ਹੈ। ਉਮਰ ਅਸਲ 'ਚ ਕੋਈ ਭੇਤ ਨਹੀਂ ਲਿਆਉਂਦੀ ਤੇ ਉਸ ਨਾਲ ਪ੍ਰੌੜਤਾ ਦਾ ਕੋਈ ਸਬੰਧ ਨਹੀਂ ਹੈ। ਸਾਡੇ ਵਿੱਚੋਂ ਜ਼ਿਆਦਾ ਬੱਚੇ ਹੀ ਮਰ ਜਾਂਦੇ ਹਨ। ਲਾਉਤਸੇ ਦੇ ਸਬੰਧ 'ਚ ਕਹਾਣੀ ਹੈ ਕਿ ਬੁੱਢਾ ਹੀ ਪੈਦਾ ਹੋਇਆ ਸੀ। ਇਹ ਗੱਲ ਬਹੁਤ ਅਸੁਭਾਵਿਕ ਲੱਗਦੀ ਹੈ, ਪਰ ਕੀ ਇਸ ਨਾਲੋਂ ਵੀ ਜ਼ਿਆਦਾ ਅਸੁਭਾਵਿਕ ਘਟਨਾ ਇਹ ਨਹੀਂ ਹੈ ਕਿ ਮਰਦੇ ਸਮੇਂ ਤੱਕ ਵੀ ਪ੍ਰੌੜਤਾ ਨੂੰ ਪ੍ਰਾਪਤ ਨਾ ਹੋ ਸਕੇ। ਸਰੀਰ ਵਿਕਸਿਤ ਹੋ ਜਾਂਦੇ ਹਨ, ਪਰ ਚਿੱਤ ਉੱਥੇ ਦਾ ਉੱਥੇ ਠਹਿਰਿਆ ਰਹਿ ਜਾਂਦਾ ਹੈ। ਤਦ ਤਾਂ ਸੰਭਵ ਹੈ ਕਿ ਰੇਤ ਦੇ ਘਰਾਂ ਤੋਂ ਝਗੜੇ ਹੋਣ ਤੇ ਮਨੁੱਖ ਦੇ ਵਸਤਰਾਂ ਨੂੰ ਉਤਾਰ ਪਲ ਵਿੱਚ ਨਗਨ ਹੋ ਜਾਏ ਤੇ ਜ਼ਾਹਿਰ ਕਰ ਦੇ ਕਿ ਸਭ ਵਿਕਾਸ ਦੀਆਂ ਗੱਲਾਂ ਬੇਅਰਥ ਹਨ। ਕੌਣ ਕਹਿੰਦਾ ਹੈ ਕਿ ਮਨੁੱਖ ਪਸ਼ੂ ਤੋਂ ਪੈਦਾ ਹੋਇਆ? ਮਨੁੱਖ ਦੇ ਪਸ਼ੂ ਤੋਂ ਪੈਦਾ ਹੋਣ ਦੀ ਗੱਲ ਗਲਤ ਹੈ, ਕਿਉਂਕਿ ਉਹ ਤਾਂ ਹੁਣ ਵੀ ਪਸ਼ੂ ਹੀ ਹੈ। ਕੀ ਹੁਣ ਤੱਕ ਮਨੁੱਖ ਪੈਦਾ ਨਹੀਂ ਹੋਇਆ? ਮਨੁੱਖ ਨੂੰ ਗਹਿਰੇ ਦੇਖਣ 'ਚ ਜੋ ਉੱਤਰ ਮਿਲਦਾ ਹੈ ਉਹ ਹਾਂ ਵਿੱਚ ਨਹੀਂ ਮਿਲਦਾ। ਡਾਇਓਜਨੀਜ਼ ਦਿਨ ਨੂੰ ਪੂਰੀ ਦੁਪਹਿਰ ਵਿੱਚ ਵੀ ਆਪਣੇ ਨਾਲ ਇੱਕ ਜਗਦੀ ਹੋਈ ਲਾਲਟਨ ਰੱਖਦਾ ਸੀ। ਕਹਿੰਦਾ ਸੀ ਕਿ ਮੈਂ ਮਨੁੱਖ ਨੂੰ ਖੋਜ ਰਿਹਾ। ਜਦੋਂ ਬਿਰਧ ਹੋ ਗਿਆ ਤਾਂ ਕਿਸੇ ਨੇ ਉਹਨੂੰ ਪੁੱਛਿਆ ਕਿ ਕੀ ਉਹਨੂੰ ਹੁਣ ਵੀ ਮਨੁੱਖ ਨੂੰ ਖੋਜ ਲੈਣ ਦੀ ਆਸ਼ਾ ਹੈ? ਉਹਨੇ ਕਿਹਾ ਹਾਂ, ਕਿਉਂਕਿ ਹੁਣ ਵੀ ਜਗਦੀ ਹੋਈ ਲਾਲਟਨ ਮੇਰੇ ਕੋਲ ਹੈ। ਮੈਂ ਖੜਾ ਰਿਹਾ ਤੇ ਉਸ ਰੇਤ ਦੇ ਢੇਰ ਦੇ ਕੋਲ ਬਹੁਤ ਭੀੜ ਇਕੱਠੀ ਹੋ ਗਈ ਹੈ। ਲੋਕ ਗਾਲੀ ਗਲੋਚ ਦਾ ਤੇ ਇੱਕ ਦੂਸਰੇ ਨੂੰ ਡਰਾਉਣ ਧਮਕਾਉਣ ਦਾ ਬਹੁਤ ਰਸ ਲੈ ਰਹੇ ਹਨ। ਜੋ ਲੜ ਰਹੇ ਹਨ ਉਹਨਾਂ ਦੀਆਂ ਅੱਖਾਂ 'ਚ ਵੀ ਬਹੁਤ ਚਮਕ ਲੱਗ ਰਹੀ ਹੈ। ਕੋਈ ਪਾਸ਼ਵਿਕ ਆਨੰਦ ਜ਼ਰੂਰ ਉਹਨਾਂ ਦੀਆਂ ਅੱਖਾਂ ਤੇ ਗਤੀਵਿਧੀਆਂ 'ਚ ਪ੍ਰਭਾਵਿਤ ਹੋ ਰਿਹਾ ਹੈ। ਜ਼ਿਬਰਾਨ ਨੇ ਲਿਖਿਆ ਹੈ ਕਿ ਇੱਕ ਦਿਨ ਮੈਂ ਖੇਤ 'ਚ ਖੜੇ ਇੱਕ ਲੱਕੜ ਦੇ ਪੁਤਲੇ ਤੋਂ ਪੁੱਛਿਆ ਕਿ ਤੂੰ ਇਸ ਖੇਤ 'ਚ ਖੜੇ ਖੜੇ ਉਕਤਾ ਨਹੀਂ ਜਾਂਦਾ? ਉਹਨੇ ਉੱਤਰ ਦਿੱਤਾ, ਆਹ ਪੰਛੀਆਂ ਨੂੰ ਡਰਾਉਣ ਦਾ ਆਨੰਦ ਇੰਨਾ ਜ਼ਿਆਦਾ ਹੈ ਕਿ ਸਮਾਂ ਕਦੋਂ ਬੀਤ ਜਾਂਦਾ ਕੁਝ ਪਤਾ ਨਹੀਂ ਲੱਗਦਾ। ਮੈਂ ਇੱਕ ਪਲ ਸੋਚ ਕੇ ਕਿਹਾ ਇਹ ਸੱਚ ਹੈ, ਕਿਉਂਕਿ ਮੈਨੂੰ ਵੀ ਇਸ ਆਨੰਦ ਦਾ ਅਨੁਭਵ ਹੈ। ਪੁਤਲਾ ਬੋਲਿਆ, ਹਾਂ, ਉਹੀ ਵਿਅਕਤੀ ਜਿਨ੍ਹਾਂ ਦੇ ਸਰੀਰ ਵਿੱਚ ਘਾਹ ਫੂਸ ਭਰਿਆ ਹੈ ਇਸ ਆਨੰਦ ਤੋਂ ਜਾਣੂ ਹੋ ਸਕਦੇ ਹੈ। ਪਰ ਇਸ ਆਨੰਦ ਤੋਂ ਤਾਂ ਸਾਰੇ ਜਾਣੂ ਲੱਗਦੇ ਹੈ। ਕੀ ਸਾਡੇ ਸਭ ਦੇ ਅੰਦਰ ਘਾਹ ਫੂਸ ਹੀ ਨਹੀਂ ਭਰਿਆ ਹੋਇਆ? ਤੇ ਕੀ ਅਸੀਂ ਖੇਤ 'ਚ ਖੜੇ ਝੂਠੇ ਆਦਮੀ ਨਹੀਂ ਹਾਂ?
ਉਸ ਰੇਤ ਦੇ ਢੇਰ ਤੇ ਇਹੋ ਆਨੰਦ ਦੇਖ ਕੇ ਮੁੜਿਆ ਹਾਂ, ਤੇ ਕੀ ਸਾਰੀ ਪ੍ਰਿਥਵੀ ਦੇ ਢੇਰ ਤੇ ਵੀ ਇਹ ਆਨੰਦ ਨਹੀਂ ਚੱਲ ਰਿਹਾ? ਇਹ ਖੁਦ ਤੋਂ ਪੁੱਛਦਾ ਤੇ ਰੋਂਦਾ ਹਾਂ। ਉਸ ਮਨੁੱਖ ਦੇ ਲਈ ਰੋਂਦਾ ਹਾਂ ਜੋ ਕਿ ਪੈਦਾ ਹੋ ਸਕਦਾ ਹੈ ਪਰ ਪੈਦਾ ਹੋਇਆ ਨਹੀਂ, ਜੋ ਕਿ ਹਰੇਕ ਦੇ ਅੰਦਰ ਹੈ ਪਰ ਉਵੇਂ ਹੀ ਛਿਪਿਆ ਜਿਵੇਂ ਰਾਖ ਚ ਅੰਗਾਰ ਛਿਪਿਆ ਹੁੰਦਾ ਹੈ। ਅਸਲ 'ਚ ਸਰੀਰ ਘਾਹ ਫੂਸ ਦੇ ਢੇਰ ਤੋਂ ਜ਼ਿਆਦਾ ਨਹੀਂ ਹੈ, ਤੇ ਜੋ ਉਸ ਤੇ ਸਮਾਪਤ ਹੈ ਚੰਗਾ ਸੀ ਕਿ ਉਹ ਕਿਸੇ ਖੇਤ 'ਚ ਹੁੰਦਾ, ਘੱਟੋ ਘੱਟ ਫਸਲਾਂ ਨੂੰ ਪੰਛੀਆਂ ਤੋਂ ਬਚਾਉਣ ਦੇ ਕੰਮ 'ਚ ਤਾਂ ਆ ਜਾਂਦਾ। ਮਨੁੱਖ ਦੀ ਸਾਰਥਕਤਾ ਤਾਂ ਇੰਨੀ ਵੀ ਨਹੀਂ ਹੈ। ਸਰੀਰ ਤੋਂ ਜੋ ਅਤੀਤ ਹੈ ਉਹਨੂੰ ਜਾਣੇ ਬਿਨਾਂ ਕੋਈ ਮਨੁੱਖ ਨਹੀਂ ਬਣਦਾ। ਆਤਮਾ ਨੂੰ ਜਾਣੇ ਬਿਨਾਂ ਕੋਈ ਮਨੁੱਖ ਨਹੀਂ ਬਣਦਾ। ਮਨੁੱਖ ਦੀ ਤਰ੍ਹਾਂ ਪੈਦਾ ਹੋ ਜਾਣਾ ਇੱਕ ਗੱਲ ਹੈ, ਮਨੁੱਖ ਹੋਣਾ ਬਿਲਕੁਲ ਦੂਸਰੀ ਗੱਲ ਹੈ। ਮਨੁੱਖ ਹੋਣ ਲਈ ਤਾਂ ਖੁਦ ਨੂੰ ਖੁਦ ਦੇ ਅੰਦਰ ਜਨਮ ਦੇਣਾ ਪੈਂਦਾ ਹੈ। ਇਹ ਕੱਪੜਿਆਂ ਦੀ ਤਰ੍ਹਾਂ ਨਹੀਂ ਹੈ ਕਿ ਉਹਨੂੰ ਪਹਿਨਿਆ ਜਾ ਸਕੇ। ਮਨੁੱਖਤਾ ਦੇ ਕੱਪੜਿਆਂ ਨੂੰ ਪਾ ਕੇ ਕੋਈ ਮਨੁੱਖ ਨਹੀਂ ਬਣ ਜਾਂਦਾ। ਉਹ ਉਸੇ ਸਮੇਂ ਤੱਕ ਉਹਨੂੰ ਮਨੁੱਖ ਬਣਾਈ ਰੱਖਦੇ ਹਨ ਜਦ ਤੱਕ ਕਿ ਮਨੁੱਖਤਾ ਦੀ ਅਸਲ 'ਚ ਕੋਈ ਜ਼ਰੂਰਤ ਨਹੀਂ ਪੈਂਦੀ। ਜ਼ਰੂਰਤ ਪੈਂਦਿਆਂ ਹੀ ਉਹ ਕਦੋਂ ਡਿੱਗ ਜਾਂਦੇ ਹਨ, ਗਿਆਤ ਵੀ ਨਹੀਂ ਹੋ ਪਾਉਂਦਾ। ਬੀਜ ਜਿਵੇਂ ਆਪਣੇ ਪ੍ਰਾਣਾਂ ਨੂੰ ਪਰਿਵਰਤਿਤ ਕਰਕੇ ਅੰਕੁਰ ਬਣਦਾ ਹੈ, ਕਿਸੇ ਕੱਪੜਿਆਂ ਨੂੰ ਪਾ ਕੇ ਨਹੀਂ, ਉਵੇਂ ਮਨੁੱਖ ਨੂੰ ਆਪਣੀ ਸਾਰੀ ਪ੍ਰਾਣ ਸੱਤਾ 'ਚ ਇੱਕ ਨਵੀਂ ਦਿਸ਼ਾ ਵਿੱਚ ਅੰਕੁਰਿਤ ਕਰਨੀ ਹੁੰਦੀ ਹੈ। ਫਿਰ ਹੀ ਉਹਦਾ ਜਨਮ ਹੁੰਦਾ ਹੈ ਤੇ ਪਰਿਵਰਤਨ ਹੁੰਦਾ ਹੈ, ਤੇ ਫਿਰ ਉਹਦਾ ਆਨੰਦ ਕੰਡਿਆਂ ਨੂੰ ਸੁੱਟਣ 'ਚ ਨਹੀਂ, ਕੰਡਿਆਂ ਨੂੰ ਉਠਾਉਣ 'ਚ ਤੇ ਫੁੱਲਾਂ ਨੂੰ ਬਿਖੇਰਨ ਵਿੱਚ ਤਬਦੀਲ ਹੋ ਜਾਂਦਾ ਹੈ। ਉਹ ਘੜੀ ਹੀ ਐਲਾਨ ਕਰਦੀ ਹੈ ਕਿ ਹੁਣ ਘਾਹ ਫੂਸ ਨਹੀਂ ਹੈ, ਮਨੁੱਖ ਹੈ, ਦੇਹ ਨਹੀਂ ਆਤਮਾ ਹੈ। ਗੁਰਜੀਏਫ ਨੇ ਕਿਹਾ ਹੈ ਕਿ ਇਸ ਭਰਮ ਨੂੰ ਛੱਡ ਦਿਓ ਕਿ ਹਰ ਇੱਕ ਕੋਲ ਆਤਮਾ ਹੈ। ਸੱਚ ਹੀ ਜੋ ਸੁੱਤਾ ਹੈ ਉਹਦੇ ਕੋਲ ਆਤਮਾ ਹੈ ਜਾਂ ਨਹੀਂ, ਇਸ ਨਾਲ ਕੀ ਫਰਕ ਪੈਂਦਾ ਹੈ? ਉਹ ਵਾਸਤਵਿਕ ਹੈ ਜੋ ਹੈ। ਆਤਮਾ ਸਭ ਦੀ ਸੰਭਾਵਨਾ ਹੈ, ਪਰ ਉਸਨੂੰ ਜੋ ਸੱਚ ਬਣਾਉਂਦਾ ਹੈ ਉਹੀ ਉਸਨੂੰ ਪਾਉਂਦਾ ਹੈ। ਧੰਨਵਾਦ।